सर बाजार फिर रहे हो, खरीदारी करन आए हो? जी जी, की लैन आए हो? शॉपिंग, शर्ट पैंट। खरीद लिया जे? नहीं, जाते हैं, रेट बहुत ज़्यादा है, हाँ। महंगाई का दौर है, इस वजह से इधर खड़े हैं, दोबारा जाएंगे, रेट अच्छा मिलेगा तो लेंगे ना। अच्छा। हाँ जी। और एक तो साढ़े नाल तुसी पंजाबी बोलो, और दूसरा ये दसो कि रेट किन्ने दी शर्ट किन्ने दी मिल रही है? डिमांड की करते हैं? डिमांड करते हैं साढ़े नाल, कहते हैं कि 700 की देनी है। ठीक है। यही होलसेल का रेट जाके तुम चेक करो, दर्जन मिल जाते हैं तो 800 900 के दर्जन मिल जाते हैं होलसेल तो। इतने एक शर्ट 700 से लगी हुई है। अच्छा, तो तुसी किन्ने दी शर्ट लैके जाओगे फिर आज? तो देन के शर्ट देखो 200 की दे दें, मूल भी है, हाँ। 150 की दे दें, और 700 की शर्ट मिलती है। तो की करते की हो तुसी? मैं जॉब करता है पेप्सी एफसी? पेप्सी अच्छा, लोड। पेप्सी जी कर रहे हो, ठीक हो गया। और सुनाओ, निज़ाम ठीक चल रहा है? बेहतरीन अल्हम्दुलिल्लाह। अच्छा। हाँ जी, लेकिन हुकूमत वाला निज़ाम नहीं चल रहा, जो हुकूमत साढ़े नाल कर रही है ना, हाँ। ये डेली की रूटीन नाल पेट्रोल कौन कहता है कि तुसी अप एंड डाउन की रखो, ये काम नहीं ठीक है। हम सुबह असी 300 लैके निकलते हैं कि पेट्रोल पवाना है, कुछ जाके पता लगता है 400 का हो गया। कोई ये भी सिस्टम थोड़ा जहा सीधा करें। हाँ। तो मरियम निवाज साहिबा नूं कहण सारे फोटोआं ते पैसे लान, कोई आवाम ते भी लान। ओवरऑल कोई काम चंगा भी नज़र आता पे जे हुकूमत दा? हाँ बेहतरीन है, अच्छा ट्रांसपोर्ट का काम अच्छा कर रही है। ठीक है। हाँ बेहतरीन कर रही है काम, ये होना चाहिए। जिस तरह इलैक्ट्रिक बसा चलाई बड़ा अच्छा काम है। तुसी किहड़े इलाके दे हो? मैं जंग ਤੁਹਾਡੇ ਇਲਾਕੇ 'ਚ ਬੱਸਾਂ ਆਈਆਂ ਨੇ ਕੋਈ? आई ਅੱਛਾ, ਚੱਲ ਰਹੀਆਂ ਨੇ? चल रही हैं, बेहतरीन ਆਵਾਮ चल रही ਰਾਜ਼ੀ ਹੈ? आवाम दुआवां दे रही। ਵਾਹ ਜੀ ਵਾਹ, ਫਿਰ ਤਾਂ ਠੀਕ ਹੈ, अच्छी गल है ना। हाँ जी, कोई तो फायदा दिता हुकूमत ने। जरूर देना भी चाहिए। जी अस्सलाम वालेकुम भाई। वालेकुम अस्सलाम। सर की करते हो? गारमेंट से दुकान है मेरी मार्केट। ठीक है। कैसे मामला चल रहे हैं रोजगार के आजकल? शुक्र है अल्लाह पाक दा, ना शुक्री नहीं करनी चाहिए, लेकिन ओवरऑल सूरत हाल तो बहुत ज़्यादा माड़ी है। ਤੇ ਹਕੂਮਤ ਨੇ ਸਾਡਾ ਜਿਹੜਾ ਹੈ ਨਾ ਕਾਰੋਬਾਰ ਕਰਨਾ ਮੁਹਾਲ ਕੀਤਾ ਹੈ। ਸਾਡੇ ਤੇ ਸਭ ਤੋਂ ਵੱਡੀ ਇਹਨਾਂ ਨੇ ਟਾਈਮ ਵਾਲੀ ਬੰਬ ਪਾੜਿਆ ਹੈ 9 ਵਜੇ ਦਾ। 7:30 ਵਜੇ ਮਗਰਿਬ ਹੁੰਦੀ ਹੈ, 1.5 ਘੰਟੇ ਬਾਅਦ ਅਸੀਂ ਦੁਕਾਨਾਂ ਬੰਦ ਕਰ ਦਿੰਦੇ ਹਾਂ। ਜਦੋਂ ਠੰਡਾ ਟਾਈਮ ਸ਼ੁਰੂ ਹੁੰਦਾ ਹੈ ਕਸਟਮਰ ਦਾ ਆਉਣ ਦਾ। ਗਰਮੀਆਂ ਦਾ ਤੇ ਜਿਹੜਾ ਹੈਗਾ ਸ਼ੋਪਿੰਗ ਹੀ ਰਾਤ ਦੀ ਹੈ। ਤੇ ਤੁਸੀਂ ਬਾਜ਼ਾਰਾਂ ਦੇ ਹਾਲ ਕੈਮਰਾਮੈਨ ਭਾਈ ਦਿਖਾ ਸਕਦਾ ਹੈ ਕਿ ਜੋ ਹਾਲਾਤ ਨੇ ਮਾਰਕੀਟ ਦੇ। ਸਵੇਰ ਧੁੱਪੀ ਬੜੀ ਹੁੰਦੀ ਹੈ, ਕਸਟਮਰ ਹੁੰਦਾ ਹੀ ਨਹੀਂ ਸਾਰੀ ਦਿਹਾੜੀ। बाकी शुक्र है मालिक की ज़ात दा। फिर भी शॉपिंग तो अलावा लाहौरियां दा मेरे ख्याल हर काम भी रात ਨੂੰ ਸ਼ੁਰੂ ਹੁੰਦਾ तकरीबन। हाँ। लाहौरिया रात दे अपना ਜਿਹੜਾ ਹੈਗਾ ਨਾ ਜਗਰਾਤੇ ਇਹਨਾਂ ਦੇ ਵਿਰਾਸਤ 'ਚ ਮਿਲਿਆ ਹੈ ਇਹਨਾਂ ਨੂੰ। ਉਹ ਜਗਰਾਤੇ ਖਰਾਬ ਹੋ ਗਏ। ਖਰਾਬ ਹੋ ਗਏ ਨੇ, ਲੇਕਿਨ ਉਹ ਦੁਕਾਨਾਂ ਦੇ ਜਿਹੜਾ ਹੈਗਾ ਨਾ ਕਾਰੋਬਾਰੀ ਟਾਈਮ ਜਿਹੜਾ ਹੈਗਾ ਉਹਦੇ ਵੀ ਜਦੋਂ ਖਤਮ ਹੋ ਗਏ ਨੇ। ਅਦਰਵਾਈਜ਼ ਲਾਹੌਰੀਆ ਜ਼ਿੰਦਾ ਦਿਲ ਹੈਗੇ ਨੇ। ਇਹ ਰਾਤ ਨੂੰ ਆਪਣਾ ਜਿਹੜਾ ਹੈਗਾ ਦੋਸਤਾਂ ਯਾਰਾਂ ਦੇ ਨਾਲ ਕੋਈ ਚਾਹ ਵਾਲੇ ਹੋਟਲ ਤੇ ਬੈਠਾ ਹੈ, ਕੋਈ ਖਾ ਪੀ ਰਿਹਾ ਹੈ, ਇੰਜੋਏ ਕਰ ਰਹੇ ਨੇ। ਅੱਛਾ, ਫਰਜ਼ ਕਰੋ ਅਗਰ ਵੈਸੇ ਹੁਕੂਮਤ ਸੋਚਦੀ ਥੋੜੇ ਗਰਮੀਆਂ ਵਾਲੇ ਦਿਨ ਨਾ ਹੁੰਦੇ, ਸਰਦੀਆਂ ਵਾਲੇ ਦਿਨ ਹੁੰਦੇ, और फिर ये टाइमिंग होती क्या फिर चीज़ां ठीक ਸਰ ਸਰਦੀਆਂ ਦੇ ਵਿੱਚ ਤੇ ਅਲਹਮਦੁਲਿਲਾ ਹਰ ਸਾਲ ਸਮੋਕ ਆ ਜਾਂਦਾ ਹੈ, ਉਹ ਆਂਦਾ ਹੀ ਆਂਦਾ ਹੈ। ਉਹ ਨਾ ਵੀ ਆਵੇ ਤੇ ਧੱਕੇ ਨਾਲ ਲੈ ਆਉਂਦੇ ਨੇ। ਤੇ ਉਹ 8 ਵਜੇ 9 ਵਜੇ 10 ਵਜੇ ਦਾ ਟਾਈਮ ਆਣਾ ਹੀ ਆਣਾ ਹੁੰਦਾ ਹੈ। ਉਹ ਸਾਨੂੰ ਮੈਂਟਲੀ ਤੌਰ ਤੇ ਇਹਨਾਂ ਨੇ ਪ੍ਰਪੇਅਰ ਕੀਤਾ ਹੈ ਕਿ ਤੁਸੀਂ ਸਰਦੀਆਂ ਦੇ ਵਿੱਚ ਟਾਈਮ ਦੇ ਨਾਲ ਜਿਹੜਾ ਹੈਗਾ ਨਾ 2-4 ਹੋਣਾ ਹੈ। ਲੇਕਿਨ ਆ ਗਰਮੀਆਂ ਦੀ ਜਿਹੜੀ ਕੰਟੀਨਿਊ ਇਹਨਾਂ ਨੇ ਪਿਛਲੇ 4 ਮਹੀਨਿਆਂ ਤੋਂ ਸਾਡੇ ਨਾਲ ਹਰਕਤ ਕੀਤੀ ਹੈ ਨਾ, ਕਾਰੋਬਾਰੀ ਹਜ਼ਰਾਤ ਨੂੰ ਜ਼ਲੀਲ ਕਰਕੇ ਰੱਖ ਦਿੱਤਾ ਹੈ, ਸਾਨੂੰ ਬੁਰਾ ਹਾਲ ਕਰ ਦਿੱਤਾ ਸਾਡਾ। ਇੱਕ ਤਾਂ ਗਰਮੀ 'ਚ ਗਾਹਕ ਨਹੀਂ ਆਉਂਦਾ, ਦੂਸਰਾ ਅੱਜ ਕੱਲ੍ਹ ਵੈਸੇ ਵੀ ਲੋਕਾਂ ਦੀ ਕੁਵਤ ਖਰੀਦ ਘਟੀ ਹੋਈ ਹੈ। ਜੀ ਜੀ। ਕਿਵੇਂ ਗੁਜ਼ਾਰਾ ਕਿਵੇਂ ਚੱਲ ਰਿਹਾ ਦੁਕਾਨਦਾਰ? ਪਰਵਰਦੀਗਾਰ ਦੀ ਬੜੀ ਰਹਿਮਤ ਹੈ। ਮੈਂ ਤੁਹਾਨੂੰ ਪਹਿਲੇ ਅਰਜ਼ ਕੀਤਾ ਕਿ ਨਾ ਸ਼ੁਕਰਾਨ ਇਨਸਾਨ ਹੋਣਾ ਚਾਹੀਦਾ। ਜੋ ਮਿਲ ਰਿਹਾ ਹੈ, ਪਹਿਲੇ ਇਹ ਸੀਗਾ ਕਿ ਕੋਈ ਜੋੜ ਜਿਹੜਾ ਹੈ ਸੀ, ਹੁਣ ਤੇ ਪੱਲਿਓਂ ਵੀ ਲੱਗ ਰਹੇ ਨੇ। ਉਹ ਜੋੜ ਜਿਹੜੀ ਆ ਵੀ ਇਧਰੋਂ ਹੀ ਕੀਤਾ, ਹੁਣ ਤੇ ਸਾਰਾ ਕੁਝ ਖਾ ਪੀ ਗਏ ਆ। ਤੇ ਹਕੂਮਤ ਨੂੰ ਸਾਡੇ ਹਾਲ ਤੇ ਰਹਿਮ ਕਰਨਾ ਚਾਹੀਦਾ ਹੈ। ਤੇ ਅਸੀਂ ਰਹਿਮ ਦੀ ਅਪੀਲ ਕਰਨੇ ਆ ਹਕੂਮਤ ਤੋਂ ਕਿ ਸਾਡੇ ਹਾਲ ਤੇ ਰਹਿਮ ਕਰੋ, ਟਾਈਮ ਖੋਲੋ, ਤਾਂ ਕਿ ਜਿਹੜਾ ਹੈਗਾ ਸਾਨੂੰ ਆਪਣਾ ਪੂਰਾ ਟਾਈਮ ਮਿਲਿਆ ਜਾਵੇ ਕਾਰੋਬਾਰ ਕਰਨ ਦਾ। ਤੇ ਦੂਸਰਾ ਜਿਹੜਾ ਹੈਗਾ ਇਹ ਪੈਰਾ ਫੋਰਥ ਜਿਹੜਾ ਹੈਗਾ ਗੁੰਡਾਗਰਦੀ ਖਤਮ ਕੀਤੀ ਜਾਏ। ਜਿਹੜਾ ਹੈਗਾ ਆ ਕੇ ਸਾਨੂੰ ਇੰਜ ਟ੍ਰੀਟ ਕਰਦੀ ਕਿ ਅਸੀਂ ਪਤਾ ਨਹੀਂ ਬੰਗਲਾਦੇਸ਼ ਤੋਂ ਕਾਰੋਬਾਰ ਕਰਨ ਆਏ ਆ ਇੱਥੇ। ਅਸੀਂ ਪਾਕਿਸਤਾਨ ਦੇ ਸ਼ਹਿਰੀ ਨਹੀਂ ਆਪਣੇ ਆਪ ਨੂੰ ਤਸਲੀਮ ਕਰ ਰਹੇ ਹਲੇ ਤੱਕ, ਜੋ ਸਾਡੇ ਨਾਲ ਨਾਰਵਾ ਸਲੂਕ ਹੈ ਕਰਦੇ ਪਏ ਨੇ। ਅੱਛਾ, ਜਿਹੜੇ ਪੈਰਾ ਫੋਰਸ ਵਾਲੇ ਨੇ ਜਿਹੜੇ ਇਹ ਆਦੋ ਕੋ ਪੈਸੇ ਪੂਸਿਆਂ ਦੀ ਵੀ ਡਿਮਾਂਡ ਕਰਦੇ ਨੇ ਲੋਕਾਂ ਕੋਲੋਂ? ਸਰ ਜਿਨ੍ਹਾਂ ਦੇ ਕੋਲੋਂ ਕਰਦੇ ਨੇ ਤੇ ਉਹ ਵਿਚਾਰੇ ਇੰਟਰਵਿਊ ਨਹੀਂ ਦੇ ਸਕਦੇ, ਤੇ ਜਿਹੜੇ ਦਿੰਦੇ ਨੇ ਉਹ ਨਜ਼ਰਾਂ 'ਚ ਆ ਜਾਂਦੇ ਨੇ। ਤੇ ਹਾਲਾਤ ਸਾਰਿਆਂ ਨੂੰ ਹੀ ਪਤਾ ਨੇ। ਫਿਲਹਾਲ ਮੈਂ ਆਪਣੀ ਜ਼ਾਤ ਤੋਂ ਗੱਲ ਕਰਾਂ, ਮੈਂ ਤੇ ਹਲੇ ਤੱਕ ਕਿਸੇ ਨੂੰ ਕੁਝ ਵੀ ਨਹੀਂ ਦਿੱਤਾ, ਕਿਉਂਕਿ ਮੈਂ ਵਾਇਲੇਸ਼ਨ ਕਰਦਾ ਹੀ ਨਹੀਂ ਪਿਆ। 9 ਵਜੇ ਦੁਕਾਨ ਪੂਰੀ ਬੰਦ ਕਰ ਦੇਣਾ, ਬਾਹਰ ਕੁਝ ਲਾ ਹੀ ਨਹੀਂ ਰਿਹਾ, ਫੁੱਟਪਾਥ ਸਾਰੇ ਵਿਹਲੇ ਪਏ ਨੇ। ਤੇ ਜੇ ਲਾਵਾਂਗੇ ਤਾਂ ਜ਼ਾਹਿਰੀ ਗੱਲ ਹੈ ਸਾਡੇ ਮੂੰਹ ਨੂੰ ਪੈਣਗੇ ਉਹ। ਅੱਛਾ ਸਰ, ਪੈਰਾ ਫੋਰਸ ਤੋਂ ਇਲਾਵਾ ਵੀ ਸੁਣਿਆ ਬੜੇ ਮਹਿਕਮੇ ਆ ਰਹੇ ਨੇ ਅੱਜ ਕੱਲ੍ਹ ਤਾਂ? ਸਰ ਅਸੀਂ 9 ਵਜੇ ਤੋਂ ਬਾਅਦ ਨਾ ਆਪਣੇ ਆਪ ਨੂੰ ਮਨਸ਼ਿਆਤ ਫਰੋਸ਼ ਤਸਲੀਮ ਕਰਨੇ ਆ। ਇਧਰੋਂ ਪੁਲਿਸ ਆਂਦੀ ਏ, ਉਧਰੋਂ ਪੈਰਾ ਆ ਜਾਂਦੀ ਏ, ਉਧਰੋਂ DCSC ਆਫਿਸ ਵਾਲੇ ਆ ਜਾਂਦੇ ਨੇ, ਉਧਰੋਂ MCL ਦਾ ਹਮਲਾ ਆ ਜਾਂਦਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਪਾਕਿਸਤਾਨ ਦੇ ਸ਼ਹਿਰੀ ਨਹੀਂ ਹੈ।
ਅਸੀਂ ਤੇ ਇੱਥੇ ਕੋਈ ਨਜਾਇਜ਼ ਫਰੋਸ਼ੀ ਕਰਨੇ ਪਏ ਆ, ਜਿਵੇਂ ਦੌੜ ਜਾਓ ਭੱਜ ਜਾਓ। ਹਲਾਲ ਰਿਜ਼ਕ ਇਸ ਟਾਈਮ ਕਮਾਉਣਾ ਬਹੁਤ ਔਖਾ ਹੋਇਆ। ਬਿਲਕੁਲ ਸਹੀ ਕਿਹਾ। ਬੱਚਿਆਂ ਦੀ ਰੋਟੀ ਕਮਾਉਣੀ ਬਹੁਤ ਔਖੀ ਹੋਈ ਹੈ। ਹਕੂਮਤ ਵਕਤ ਨੂੰ, ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸਾਹਿਬਾਂ ਨੂੰ ਸਾਡਾ ਪੈਗਾਮ ਹੈ, ਕਾਰੋਬਾਰੀ ਹਜ਼ਰਾਤ ਦੇ ਉੱਤੇ ਰਹਿਮ ਕੀਤਾ ਜਾਵੇ। ਠੀਕ ਹੈ। ਤੇ ਜਿਵੇਂ ਪਹਿਲੀ ਤਰੀਕ ਨੂੰ ਮੁਜਾਹਿਦ ਮਕਸੂਦ ਬਾਟ ਅੰਜਮਨ ਤਾਜਰਾਂ ਦੇ ਸਦਰ ਉਹਨਾਂ ਨੇ ਅਪੀਲ ਕੀਤੀ ਹੈ ਕਿ ਜੀ 14 ਤਰੀਕ ਨੂੰ ਅਸੀਂ ਸ਼ਟਰ ਚੁੱਕਾਂਗੇ ਤੇ ਧੜੱਲੇ ਨਾ ਪਵਾਂਗੇ, ਜਿਹੜਾ ਆਏਗਾ ਅਸੀਂ ਦਮਾ ਦਮ ਮਸਕਲ ਅੰਦਰ ਹੋਏਗਾ, ਉਹਦੇ ਤੋਂ ਬਚਣਾ ਚਾਹੀਦਾ ਹੈ। ਇਹਨਾਂ ਨੂੰ ਤਾਜਰਾਂ ਦੇ ਨਾਲ ਕੋਆਪਰੇਟ ਕਰਨਾ ਚਾਹੀਦਾ ਹੈ। ਤਾਜਰਾਂ ਨੂੰ ਇਤਮਾਦ ਵਿੱਚ ਲੈ ਕੇ ਕੋਈ ਇਸ ਤਰ੍ਹਾਂ ਦਾ ਲਾਇਮਲ ਬਣਾਉਣ ਕਿ ਜਿਹਦੇ ਨਾਲ ਤਾਜਰਾਂ ਦੀ ਇੱਜ਼ਤ ਨਫਸ ਮਜਰੂਹ ਨਾ ਹੋਵੇ। ਬਿਲਕੁਲ ਠੀਕ ਹੈ। ਕਾਰੋਬਾਰ ਕਰਨ ਦਾ ਭਰਪੂਰ ਹੱਕ ਦਿੱਤਾ ਜਾਵੇ ਸਾਨੂੰ। अस्सलाम वालेकुम भाई। वालेकुम सलाम। माशाल्लाह बड़े अच्छे कोट लगे ने, वेस्ट कोटा भी लगी हुई ने। कारोबार दे मामला सुनाओ कैसे चल रहा है? कारोबार बहुत से है नहीं, सुबह तो व्यापारी वैसे की तो बैठे गर्मी भी अजकल मेरे रंगा ही को 2-4 बंदे वेस्ट कोट च नजर आने ने, वरना था नहीं गर्मी भी इन्नी नहीं की, बहुत ऐसे ही गाहक आउंदी परेशान है। ना किसी तनख्वाह नहीं मिल रही है, ना कुछ मिल रहे हैं जी। कोई पैंटा वगैरह भी सेल हो रही है ना आजकल? कोई नहीं। बस 4-5 हज़ार बट लिया, घर का खर्चा बस आई, माल ले लिया तो खा लिया, बस आई है। की वजह है? कोई टाइमिंग की वजह? तो नहीं टाइमिंग तो ठीक है, चलो 9 बजे का, लेकिन काम हालात नहीं है कि महंगाई बड़ी हो गई। लोगों की कुवत खरीद भी घट गई है। हाँ जी, सारी गल महंगाई होएगी, मेरा ही काम होएगा। और बिल कितना आ रहा है जाए? बिल 10,000 12,000 दुकान का दुकानदार ठीक हो गया। छोटी जी ਤੁਹਾਡੀ ਦੁਕਾਨ ਇੱਕ ਹੀ ਪੱਖਾ ਹੈ ਤੇ 2 ਲਾਈਟਾਂ। 2 लाख ਤੇ ਤੁਹਾਡਾ ਵੈਸੇ ਕਮਰਸ਼ੀਅਲ ਮੀਟਰ ਤੇ ਚਲੋ जी। ਗੱਲ ਸਮਝ ਆਦੀ ਕਾਰ ਦਾ ਕਿੰਨਾ ਬਿੱਲ ਆ ਰਿਹਾ ਯਾਰ? घर का घट तो घट 15,000 कूलर चलाने हैं सिर्फ। ਓਏ ਹੋਏ। हाँ जी 15,000 12,000 बिल। अस्सलाम वालेकुम भाईजान। सर की हाल चाल है? बैठो सर, बैठो बैठो। तो सर ढिले बैठे हो, कारोबार ठीक चल रहा है? ਕਾਰੋਬਾਰ ਹੈਗਾ ਹੀ ਨਹੀਂ, ਢਿੱਲੇ ਹੀ ਬੈਠਣਾ ਇੱਥੇ ਆਈਦਾ, ਆ ਕੇ ਬੈਠ ਕੇ ਗੱਪਾਂ ਛੱਪਾਂ ਮਾਰ ਕੇ ਮਾਯੂਸੀ ਲੈ ਕੇ ਵਾਪਸ ਘਰ ਚਲੇ ਜਾਈਦਾ। ਅੱਛਾ, ਕੀ ਵਜ੍ਹਾ ਹੈ? ਵਜ੍ਹਾ ਸਾਡੀ ਗਵਰਨਮੈਂਟ ਨੂੰ ਪਤਾ ਹੋਵੇ ਜੋ ਸਾਡੇ ਨਾਲ ਕਰਦੀ ਪਈ ਹੈ। ਅਸੀਂ ਇਸ ਮੁਲਕ ਦੇ 50 ਸਾਲ ਤੋਂ ਇਸ ਮੁਲਕ ਵਿੱਚ ਰਹਿ ਰਹੇ ਹਾਂ। ਠੀਕ ਹੈ, ਮੇਰੇ ਪੇਰੈਂਟ 50 ਸਾਲ ਪਹਿਲੇ ਮਾਈਗ੍ਰੇਟ ਕਰਕੇ ਆਏ ਸਨ ਤੇ ਇੱਥੇ ਹੀ ਰਹਿ ਰਹੇ, ਇੱਥੇ ਦੇ ਜੰਮੇ ਵੀ ਇੱਥੇ ਹਾਂ, ਔਰ ਖੁਆਇਸ਼ ਹੈਗੀ ਹੈ ਕਿ ਮਰੀਏ ਵੀ ਇੱਥੇ। ਲੇਕਿਨ ਹੁਣ ਆ ਕੇ ਖੁਆਇਸ਼ਾਂ ਚੇਂਜ ਹੋ ਰਹੀਆਂ ਨੇ ਜੋ ਮੁਲਕ ਦੇ ਹਾਲਾਤ ਬਣਾਤੇ ਨੇ। ਦੇਖੋ ਅਸੀਂ ਲੱਖੋਂ ਰੁਪਇਆ ਲਾ ਕੇ ਬੈਠੇ ਹਾਂ, ਠੀਕ ਹੈ, ਸਾਡਾ ਲੱਖੋਂ ਰੁਪਇਆ ਮਿੱਟੀ ਹੋਇਆ ਹੈ, ਬਿਲਕੁਲ ਮਿੱਟੀ ਹੋਇਆ ਹੈ। ਉਹਦੀ ਸਭ ਜ਼ਿੰਮੇਵਾਰੀ ਸਾਡੀ ਗਵਰਨਮੈਂਟ ਦੀ ਹੈਗੀ ਹੈ ਜੋ ਇਸ ਟਾਈਮ ਆਈ ਹੈ। ਠੀਕ ਹੈ, ਕਿਉਂਕਿ ਅਸੀਂ ਇਹਨਾਂ ਨੂੰ ਵੋਟ ਦਿੱਤਾ ਹੈ, ਅਸੀਂ ਸਾਡੇ ਜ਼ਿੰਮੇਦਾਰ ਹੈਗੇ। ਹਾਲਾਂਕਿ ਉਸ ਤੋਂ ਪਿੱਛੇ ਜ਼ਿੰਮੇਦਾਰ ਵੀ ਲੋਕ ਹੈ ਨੇ, ਲੇਕਿਨ ਉਹਨਾਂ ਨੂੰ ਡੀਲ ਉਹਨਾਂ ਨੇ ਕਰਨਾ ਹੈ। ਸਿੱਧੀ ਜੀ ਗੱਲ ਹੈ। ਦੇਖੋ ਮੈਂ ਐਜ਼ ਏ ਜਾਇਜ਼ ਗੱਲ ਹੈ, ਬਿਲਕੁਲ ਮੈਂ ਠੀਕ ਐਜ਼ ਏ ਪਾਕਿਸਤਾਨੀ ਬਣ ਕੇ ਗੱਲ ਕਰਾਂਗਾ। ਮੈਂ ਪਾਕਿਸਤਾਨ 'ਚ ਪੈਦਾ ਹੋ ਗਿਆ। ਯਕੀਨ ਕਰੋ ਅੱਜ ਤੋਂ 10 ਸਾਲ ਪਹਿਲੇ 15 ਸਾਲ ਪਹਿਲੇ ਬੜਾ ਫਖਰ ਹੁੰਦਾ ਸੀ ਪਾਕਿਸਤਾਨ 'ਚ ਰਹਿਣ ਦਾ। ਹੁਣ ਯਕੀਨ ਕਰੋਗੇ ਤੁਸੀਂ, ਮੇਰਾ ਰੱਬ ਜਾਣਦਾ ਜੀ, ਸੱਚੀ ਗੱਲ ਤੁਹਾਡੇ ਨਾਲ ਕਰਨ ਲੱਗਾ ਜੀ, ਤਕਲੀਫ ਹੁੰਦੀ ਪਾਕਿਸਤਾਨ 'ਚ ਰਹਿਣ ਲੱਗੇ। ਸੋਚੀਦਾ ਕਿਹੜਾ ਐਸਾ ਵਕਤ ਆਈਏ ਸਾਰਾ ਕੁਝ ਬੇਵਜਾ ਕੇ ਬਾਹਰ ਚਲੇ ਜਾਈਏ, ਸਿਰਫ ਆਪਣੇ ਲੋਕਾਂ ਨਾਲ ਪਿਆਰ ਨਾ ਹੋਵੇ, ਆਪਣੀ ਇਸ ਧਰਤੀ ਨਾਲ ਪਿਆਰ ਨਾ ਹੋਵੇ। ਲੇਕਿਨ ਇਸ ਸਿਸਟਮ ਦੇ ਨਾਲ ਇੰਨੀ ਕਿ ਨਫ਼ਰਤ ਹੋ ਗਈ ਹੈ ਕਿ ਖੁਦਾ ਦੀ ਕਸਮ ਹੈ ਕਿ ਇੰਨੇ ਲੱਖ ਰੁਪਏ ਲਾ ਕੇ ਸਾਡੀ ਕੋਈ ਬਾਤ ਨਹੀਂ ਹੈਗੀ ਇਸ ਮੁਲਕ ਦੀ। ਜਿਹੜਾ ਮਰਜ਼ੀ ਆਂਦਾ ਅਦਾਰੇ ਦਾ ਬੰਦਾ ਆਂਦਾ, ਠੀਕ ਹੈ, ਸਾਨੂੰ ਇਹ ਸਿਰਫ ਇੱਕ ਡੱਬਾ ਬਾਹਰ ਰੱਖਣ ਦੇ ਉੱਤੇ ਸਾਨੂੰ ਪਨਿਸ਼ ਕਰਕੇ ਚਲੇ ਜਾਂਦਾ, ਸਾਡੇ ਨਾਲ ਬਦਤਮੀਜ਼ੀ ਕਰਕੇ ਚਲੇ ਜਾਂਦਾ। ਮਤਲਬ ਕਿ ਸਾਡੀ ਇਹ ਵੈਲਿਊ ਰਹਿ ਗਈ ਹੈ। ਇਹਨਾਂ ਅਦਾਰਿਆਂ ਨੇ ਸਾਡੇ ਉੱਤੇ ਬਦਮਾਸ਼ ਬਣਾਤਾ ਇਹਨਾਂ ਅਦਾਰਿਆਂ ਨੂੰ ਸਾਡੇ। ਦੇਖੋ ਚੀਜ਼ਾਂ ਅਗਰ ਤੁਸੀਂ ਠੀਕ ਕਰਨੀਆਂ ਨੇ ਨਾ, ਅੱਜ ਕੱਲ੍ਹ ਦੇ ਦੌਰ 'ਚ ਚੀਜ਼ਾਂ ਠੀਕ ਕਰਨਾ ਬੜਾ ਹੀ ਆਸਾਨ ਹੈ। ਕਿਉਂ? ਸੋਸ਼ਲ ਮੀਡੀਆ ਦਾ ਦੌਰ ਹੈ। ਤੁਹਾਡੇ ਤਵੱਸਤ ਤੋਂ ਮੈਂ ਕੋਈ ਗੱਲ ਕਵਾਂਗਾ, ਪੂਰੀ ਦੁਨੀਆ ਦੇਖੇਗੀ, ਪੂਰੀ ਦੁਨੀਆ ਸੁਣੇਗੀ। ਕਿਸੇ ਦੇ ਹੋਰ ਚੈਨਲ ਦੁਨੀਆ ਤੋਂ ਚੀਜ਼ਾਂ ਆਉਂਦੀਆਂ ਰੋਜ਼ਾਨਾ, ਹਰ ਬੰਦਾ ਵੀਡੀਓ ਵੇਖ ਕੇ, ਕੋਈ ਨਾ ਕੋਈ ਅੱਛੀ ਵੀਡੀਓ ਮੂਵੀ ਵੇਖ ਕੇ, ਕੋਈ ਇਨਫੋਰਮੇਟਿਵ ਵੀਡੀਓ ਵੇਖ ਕੇ ਸੁਣਦਾ ਹੈ। ਠੀਕ ਹੈ, ਤੇ ਕੀ ਇਹ ਨਹੀਂ ਵੇਖਦੇ ਕਿ ਚੀਜ਼ਾਂ ਕਿਸ ਤਰੀਕੇ ਨਾਲ ਸੁਲਝਦੀਆਂ, ਚੀਜ਼ਾਂ ਕਿਸ ਤਰੀਕੇ ਨਾਲ ਠੀਕ ਹੁੰਦੀਆਂ, ਜਾਂ ਫਿਰ ਇਹ ਠੀਕ ਨਹੀਂ ਕਰਨਾ ਚਾਹੁੰਦੇ, ਇਹ ਫਿਰ ਸਾਡੇ ਕੋਲ ਕਿਸੇ ਕਿਸਮ ਦਾ ਬਦਲਾ ਲੈ ਰਹੇ ਨੇ। ਮੈਂ ਤੇ ਇਹ ਗੱਲ ਸਿੱਧੀ ਕਵਾਂਗਾ। ਦੇਖੋ ਨਾ, ਅਸੀਂ ਸਾਡੇ ਮੁੰਡੇ ਦੇ ਖਰਚੇ ਹੈਗੇ, ਅਸੀਂ ਜਿਹੜੇ ਮੁੰਡੇ ਰੱਖੇ ਨੇ ਉਹਨਾਂ ਦਾ ਖਰਚਾ, ਸਾਡਾ ਆਪਣਾ ਖਰਚਾ ਹੈਗਾ। ਔਰ ਦੂਸਰੇ ਪਾਸੇ ਵੇਖੋ ਮਹਿੰਗਾਈ ਕਿਤੇ ਚਲੀ ਗਈ ਹੈ। ਯਾਨੀ ਕਿ ਅਸੀਂ ਕਮਾ ਵੀ ਕੁਝ ਨਹੀਂ ਰਹੇ, ਅੱਛਾ ਚੀਜ਼ਾਂ ਵੀ ਖਰੀਦਣੀਆਂ ਜ਼ਰੂਰੀ ਹੈ। ਦੇਖੋ ਪੇਟ ਤੇ ਲੱਗਾ ਹੈ ਨਾ, ਤੁਸੀਂ ਯਕੀਨ ਕਰੋਗੇ ਇਸ ਦੌਰ ਦੇ ਵੀ 5-7 ਸਾਲਾਂ ਦੇ ਵਿੱਚ ਖੁਦਾ ਦੀ ਕਸਮੇ ਐਸੀਆਂ ਚੀਜ਼ਾਂ ਦਿਮਾਗ ਦੇ ਵਿੱਚ ਆਉਂਦੀਆਂ ਨੇ, ਬੰਦਾ ਕਹਿੰਦਾ ਹੈ ਕਿ ਯਾਰ ਇੰਝ ਵੀ ਕੋਈ ਦੁਨੀਆ 'ਚ ਇਨਸਾਨ ਆ ਕੇ ਸੋਚ ਸਕਦਾ ਹੈ। ਉਹ ਚੀਜ਼ਾਂ ਫੇਸ ਕਰਨੀਆਂ ਪੈ ਰਹੀਆਂ। ਮੁੰਡਿਆਂ ਨੂੰ ਦੇਣਾ ਹੈ, ਦੇਖੋ ਉਹ ਵੀ ਤਾਂ ਹੈ ਨਾ, ਘਰੋਂ ਕਮਾਨ ਹੈ, ਛੋਟੇ ਛੋਟੇ ਉਹਦੇ ਬੱਚੇ ਨੇ, 3 ਮੁੰਡੇ ਮੈਂ ਰੱਖੇ ਨੇ, ਠੀਕ ਹੈ, ਤਿੰਨਾਂ ਨੂੰ ਮੈਂ ਪਹਿਲੇ ਉਹਨਾਂ ਨੂੰ ਪੂਰਾ ਕਰਨਾ ਹੈ, ਉਸ ਤੋਂ ਬਾਅਦ ਆਪਣਾ ਸੋਚਣਾ ਹੈ। ਤੇ ਇਹ ਜਿਹੜੀ ਚੇਨ ਇਹਨਾਂ ਨੇ ਖਰਾਬ ਕੀਤੀ ਹੈ, ਖੁਦਾਰਾ ਮੈਂ ਤੁਹਾਡੇ ਚੈਨਲ ਦੇ ਤਵੱਸਤ ਤੋਂ ਇੱਕ ਪੈਗਾਮ ਇਹਨਾਂ ਨੂੰ ਦੇਣਾ ਚਾਹਨਾ। ਪੈਗਾਮ ਇਹਨਾਂ ਨੂੰ ਪਤਾ ਨਹੀਂ ਜਾਂਦਾ ਹੈ, ਨਹੀਂ ਸੁਣਦੇ, ਅਮਲ ਨਹੀਂ ਕਰਵਾਉਂਦੇ। ਚੀਜ਼ਾਂ ਠੀਕ ਕਰਨੀਆਂ ਹੋਣਾ, ਚੀਜ਼ਾਂ ਠੀਕ ਕਰਨ ਵਾਸਤੇ ਪਹਿਲੇ ਲੋਕਾਂ ਨੂੰ ਅਵੇਅਰ ਕਰਨਾ ਪੈਂਦਾ ਹੈ, ਸਬਸਟੀਟਿਊਟ ਦੇਣਾ ਪੈਂਦਾ ਹੈ। ਇਹ ਨਹੀਂ ਕਿ ਆ ਕੇ ਯਾਰ ਫੋਰਸ ਬਣਾਤੀ ਹੈ, ਫੋਰਸ ਬਣਾਤੀ, ਉਹ ਸਾਡੇ ਤੋਂ ਬਦਮਾਸ਼ ਬਣਾਤੇ। ਉਹ ਯਾਰ ਅਸੀਂ ਪਾਕਿਸਤਾਨੀ ਨਹੀਂ ਗਏ, ਦੱਸੋ ਨਾ, ਅਸੀਂ ਪਾਕਿਸਤਾਨੀ ਨਹੀਂ ਗਏ। ਅੱਛਾ
ਇੱਕ ਮੈਂ ਵੀਡੀਓ ਵੇਖੀ ਸੀ ਜੋ ਬੜੀ ਵਾਇਰਲ ਹੋਈ ਸੀ ਉਸ ਬਾਬੇ ਦੀ ਜਿਹਨੇ ਗਾਲਾਂ ਕੱਢੀਆਂ ਸਨ ਸਾਡੀ ਸੀਐਮ ਸਾਹਿਬਾਂ ਨੂੰ। ਦੇਖੋ ਮੈਂ ਖੁਦ ਬੜੀ ਇਤਰਾਮ ਕਰਨ ਵਾਲਾ ਬੰਦਾ ਵਾਂ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦਾ, ਔਰ ਔਰਤਾਂ ਦਾ ਤਾਂ ਸਾਡਾ ਮਜ਼ਹਬ ਵੀ ਬੜਾ ਕਹਿੰਦਾ। ਸਾਡੀ ਸੀਐਮ ਸਾਹਿਬਾਂ ਨੇ ਉਹਦਾ ਫਟਾਫਟ ਨੋਟਿਸ ਦਿੱਤਾ ਔਰ ਉਸ ਬੰਦੇ ਨੂੰ ਪਤਾ ਨਹੀਂ ਕੀ ਉਹਦਾ ਜਿਸ ਤਰ੍ਹਾਂ ਕਿਹਾ ਜਾਂਦਾ ਉਹ ਕਰਵਾਤਾ, ਅਪਡੇਟ ਕਰਵਾਤਾ, ਸੌਫਟਵੇਅਰ ਅਪਡੇਟ ਕਰਵਾਤਾ। ਅੱਛਾ ਉਹਦੀ ਆਵਾਜ਼ ਆ ਸਕਦੀ ਏ, ਉਹਨੇ ਗਲਤ ਕਿਹਾ, ਮੈਂ ਉਹਦਾ ਵੀ ਯਾਨੀ ਕਿ ਮੈਂ ਤੁਹਾਡਾ ਪੁਆਇੰਟ ਸਮਝ ਗਿਆ। ਤੁਸੀਂ ਕਹਿਣਾ ਇਹ ਚਾਹ ਰਹੇ ਕਿ ਉਹਨਾਂ ਨੂੰ ਹਰ ਗੱਲ ਦਾ ਪਤਾ ਹੈ, ਹਰ ਗੱਲ ਪਹੁੰਚਦੀ। ਸਾਡੀ ਤਕਲੀਫ ਦਾ ਨਹੀਂ ਪਤਾ ਯਾਰ, ਜਾਂ ਫਿਰ ਕਰਨਾ ਨਹੀਂ ਚਾਹੁੰਦੇ। ਦੂਸਰੀ ਗੱਲ ਹੈ ਜੀ ਜੋ ਸਾਨੂੰ ਸਮਝ ਆਉਂਦੀ ਹੈ ਯਾਰ, ਲੋਕੀ ਖੁਦਾ ਦੀ ਕਸਮ ਬਦਦੁਆਵਾਂ ਦੇ ਰਹੇ ਨੇ ਇਹਨਾਂ ਨੂੰ ਯਾਰ। ਮੇਰੀ 40 ਸਾਲ ਉਮਰ ਹੈਗੀ ਹੈ ਮਾਸ਼ਾਅੱਲਾ, ਠੀਕ ਹੈ। ਮੈਂ 40 ਸਾਲਾਂ ਦੇ ਵਿੱਚ ਜਿਹੜੇ 10 ਸਾਲ ਦੇਖੇ ਨੇ ਨਾ, ਅੱਲਾ ਦੀ ਕਸਮ ਖਾਏਗਾ ਨਾ, ਸੋਚਿਆ ਵੀ ਨਹੀਂ ਸੀ ਕਿ ਇਹ 10 ਸਾਲ ਵੀ ਇਹ ਟਾਈਮ ਵੀ ਦੇਖਣਾ ਪਏਗਾ। ਪੂਰੇ ਦੇ ਜ਼ਿੰਮੇਦਾਰ ਹੈਗੇ, ਦੇਖੋ ਮਾਦਰਤ ਦੇ ਨਾਲ ਹੈਗੇ ਨੇ। ਕਿਉਂਕਿ ਜਿਹੜੇ ਇਹ ਕਹਿੰਦੇ ਨਾ ਕਿ ਅਸੀਂ ਫਸੇ ਆ, ਅਸੀਂ ਯਾਰ ਫਿਰ ਛੱਡ ਦਿਓ ਤੁਸੀਂ ਪਾਕਿਸਤਾਨ। ਕੋਈ ਲੰਮੀਆਂ ਕੋ ਲਿਖਵਾ ਕੇ ਤੇ ਨਹੀਂ ਆਏ ਤੁਸੀਂ ਕਿ ਤੁਸੀਂ ਹੀ ਜ਼ਿੰਮੇਵਾਰੀ ਲੈ ਕੇ ਪੂਰੀ ਕਰਨੀ ਹੈ। ਤੁਸੀਂ ਛੱਡ ਦਿਓ, ਕੋਈ ਨਵਾਂ ਆਵੇ, ਨਵਾਂ ਆ ਕੇ ਆਪਣੀ ਜ਼ਿੰਮੇਵਾਰੀ ਲੈ ਲਵੇ, ਸ਼ਾਇਦ ਉਹ ਡਿਲੀਵਰ ਕਰ ਦੇਵੇ। ਕੌਣ ਫਸਿਆ, ਉਹ ਤਨਖਾਹਾਂ ਵੀ ਉਹਨਾਂ ਦੀਆਂ ਵੱਧ ਜਾਂਦੀਆਂ ਨੇ, ਪੈਟਰੋਲ ਫ੍ਰੀ ਹੈ, ਬਿਜਲੀ ਫ੍ਰੀ ਹੈ ਸਿਆਸਤਦਾਨਾਂ ਦੀ। ਬਿਲਕੁਲ ਫਸੇ ਤਾਂ ਅਸੀਂ ਹੋਏ ਆ। ਫਸੇ ਤਾਂ ਅਸੀਂ ਹੋਇਆ। ਨਹੀਂ ਇਹ ਕਹਿੰਦੇ ਨੇ ਨਾ ਕਿ ਮੁਲਕ ਸਾਡੇ ਵਜ਼ੀਰ ਆਜ਼ਮ ਸਾਹਿਬ ਕਹਿੰਦੇ ਨੇ ਆਗੇ ਕਿ ਜੀ ਬਿਫੋਰ ਇਲੈਕਟ ਹੋਏ ਕੁਝ ਕਹਿੰਦੇ ਨੇ, ਆਫਟਰ ਕੁਝ ਕਹਿੰਦੇ ਨੇ। ਮੈਂ ਇੰਜ ਕਰ ਦਿਆਂਗਾ, ਮੈਂ ਉਂਝ ਕਰ ਦਿਆਂ। ਯਾਰ ਖੁਦਾਰਾ ਕਿਹੜੇ ਦੌਰ ਦੀ ਤੁਸੀਂ ਕਿਹੜੀਆਂ ਰੰਗਬਾਜ਼ੀਆਂ ਕਰ ਰਹੇ ਹੋ ਯਾਰ। ਉਹ ਕੌਮ ਨੂੰ ਕੋਈ ਡਿਲੀਵਰ ਕਰੋ, ਨਹੀਂ ਕਰ ਸਕਦੇ ਚਲੇ ਜਾਓ। ਕੋਈ ਅੱਲਾ ਮੀਆਂ ਕੋ ਲਿਖਵਾ ਕੇ ਨਹੀਂ ਤੁਸੀਂ ਆਏ ਕਿ ਤੁਸੀਂ ਆ ਕੇ ਜ਼ਿੰਮੇਵਾਰੀ ਲੈਣੀ ਹੈ, ਤੁਸੀਂ ਆ ਕੇ ਲੁੱਟਣਾ। ਕਿਸੇ ਨਵੇਂ ਨੂੰ ਮੌਕਾ ਦਿਓ, ਸ਼ਾਇਦ ਉਹ ਘੱਟ ਲੁੱਟ ਲਵੇ। ਲੁੱਟਣਾ ਤੇ ਤੁਸੀਂ ਹੈ ਵੇ, ਉਹ ਘੱਟ ਸ਼ਾਇਦ ਲੁੱਟ ਲਵੇ ਯਾਰ। ਖੁਦਾ ਦੇ ਲਈ ਇੰਜ ਨਾ ਕਰੋ ਯਾਰ, ਇੰਜ ਨਾ ਕਰੋ। ਕਿਸੇ ਦੀ ਇੱਕ ਦੀ ਹਾਥ ਤੁਹਾਨੂੰ ਲੱਗਣੀ ਜੇ। ਮੈਂ ਐਜ਼ ਏ ਪਾਕਿਸਤਾਨੀ ਬਣ ਕੇ ਤੁਹਾਨੂੰ ਰਿਕੁਐਸਟ ਕਰ ਰਿਹਾ ਵਾਂ, ਤੁਹਾਡੇ ਚੈਨਲ ਦੇ ਤਵੱਸਤ ਤੋਂ ਸਰ, ਕਿ ਇਹਨਾਂ ਨੂੰ ਰਿਕੁਐਸਟ ਕਰ ਰਿਹਾ ਵਾਂ ਕਿ ਖੁਦਾਰਾ ਮੁਲਕ ਦਾ ਜੋ ਨਿਜ਼ਾਮ ਹੈਗਾ ਨਾ, ਪਹਿਲੇ ਉਹਨੂੰ ਸਮਝੋ ਕਿ ਕਿਸ ਤਰੀਕੇ ਨਾਲ ਚੀਜ਼ਾਂ ਨੂੰ ਸੁਲਝਾਣਾ ਹੈ। ਇੱਕ ਚੀਜ਼ ਖਤਮ ਕਰਨੀ ਹੈ ਨਾ, ਉਹਦਾ ਸਬਸਟੀਟਿਊਟ ਪਹਿਲੇ ਹੋਣਾ ਚਾਹੀਦਾ ਹੈ। ਇਹ ਨਹੀਂ ਹੁੰਦਾ ਕਿ ਚੀਜ਼ ਖਤਮ ਕਰ ਦਿਓ ਤੇ ਸਬਸਟੀਟਿਊਟ ਕੁਝ ਵੀ ਨਾ ਹੋਵੇ। ਉਹਦਾ ਸਬਸਟੀਟਿਊਟ ਇਹ ਬਣ ਜਾਂਦਾ, ਲੋਕੀ ਬੇਰੋਜ਼ਗਾਰ ਹੋ ਜਾਂਦੇ ਨੇ। ਯਾਰ ਕੀ ਨਹੀਂ ਹੋਇਆ ਇਸ ਗਵਰਨਮੈਂਟ ਦੇ ਵਿੱਚ, ਕੀ ਨਹੀਂ ਹੋਇਆ। ਦੇਖੋ ਮੈਂ ਨੂਨ ਲੀਗ ਦਾ ਇੱਥੇ ਪ੍ਰੈਜ਼ੀਡੈਂਟ ਹੈਗਾ ਸਾਂ ਜਦੋਂ ਮੀਆਂ ਸਾਹਿਬ ਹੈਗੇ ਸਨ। ਮੈਂ ਉਹਨਾਂ ਨਾਲ ਤੁਹਾਡੇ ਨਾਲ ਗੱਲ ਕਰ ਰਿਹਾ। ਆਇਆ ਚੀਜ਼ਾਂ ਚੇਂਜ ਹੋਈਆਂ, ਕੁਝ ਉਹਦੇ ਚਲੇ ਗਏ, ਕੁਝ ਮੈਂ ਹਜੇ ਵੀ ਨੂਨ ਲੀਗ ਨੂੰ ਸਪੋਰਟ ਕਰਨਾ ਸਾਂ। ਲੇਕਿਨ ਯਕੀਨ ਕਰੋ ਕਿ ਇਹ ਵਕਤ ਦੇ ਵਿੱਚ ਨਾ ਅੱਲਾ ਦੀ ਕਸਮ ਇਹਨਾਂ ਨੇ ਹੱਥ ਜੁੜਵਾਤੇ ਨੇ ਸਾਡੇ ਕੋਲ। ਮੈਂ ਬਿਲਕੁਲ ਕਾਇਲ ਨਹੀਂ ਹੈਗਾ ਕਿ ਬੰਦਾ ਕਿ ਦੁਨੀਆ ਕਿਸੇ ਨੂੰ ਬਦਦੁਆ ਦੇਵੇ, ਲੇਕਿਨ ਮੇਰਾ ਵੀ ਦਿਲ ਕਰਦਾ ਮੈਂ ਕਿਸੇ ਟਾਈਮ ਇਹਨਾਂ ਨੂੰ ਬਦਦੁਆ ਦੇਵਾਂ ਯਾਰ। ਅੱਲਾ ਦੀ ਕਸਮ ਮੇਰਾ ਰੱਬ ਜਾਣਦਾ ਜੇ ਮੈਂ ਤੁਹਾਡੇ ਨਾਲ ਸੱਚੀ ਫੀਲਿੰਗ ਕਰ ਰਿਹਾ। ਲੇਕਿਨ ਮੈਂ ਸੋਚਣਾ ਜਿਹੜੇ ਮੇਰੇ ਤੋਂ ਥੱਲੇ ਹੈਗੇ, ਜਿਹੜੇ ਮੇਰੇ ਤੋਂ ਥੱਲੇ ਵਾਲਾ ਤਬਕਾ ਵੀ ਤਾਂ ਕੋਈ ਹੋਏਗਾ ਨਾ। ਅਗਰ ਮੈਂ ਤੇ ਥੱਲੇ ਹੈਗਾ, ਮੇਰੇ ਤੋਂ ਵੀ ਕੋਈ ਥੱਲੇ ਹੋਏਗਾ, ਉਹ ਇਹਨਾਂ ਨੂੰ ਬਦਦੁਆਵਾਂ ਨਹੀਂ ਦਿੰਦਾ ਹੋਏਗਾ ਯਾਰ। ਜਾਂ ਕੀ ਇਹ ਨਹੀਂ ਦੇਖਦੇ ਯਾਰ, ਵੋਟ ਦੇ ਕੇ ਪਛਤਾ ਰਹੇ ਹੋ ਫਿਰ। ਮੈਂ ਕਹਿੰਦਾ ਖੁਦਾ ਦੀ ਕਸਮ ਵੈਲਿਊ ਹੀ ਕੋਈ ਨਹੀਂ ਰਹੀ ਸਾਡੇ ਵੋਟ ਦੀ। ਹਾਲਾਂਕਿ ਵੋਟ ਐਸੀ ਚੀਜ਼ ਹੁੰਦੀ ਹੈ, ਮੇਰੀ ਜੇਬ ਜਾਂ ਤੁਹਾਡੀ ਜੇਬ ਜਿਹੜੇ ਪੈਸੇ ਹੈਗੇ ਨੇ ਉਹਨਾਂ ਦਾ ਸਾਡਾ ਹੱਕ ਨਹੀਂ ਹੈਗਾ। ਉਹ ਸਾਡੇ ਕੋਲ, ਮੇਰੇ ਕੋਲ ਤੁਹਾਨੂੰ ਚਲੇ ਜਾਣੇ, ਤੁਹਾਡੇ ਤੋਂ ਇੱਧਰ ਚਲੇ ਜਾਂਦੇ ਨੇ। ਵੋਟ ਦਾ ਸਪੈਸ਼ਲ ਮੇਰਾ ਹੱਕ ਹੈਗਾ, ਉਹ ਮੈਂ ਜਿਹੜਾ ਇਹਨਾਂ ਨੂੰ ਇਮਾਨਦਾਰੀ ਨਾਲ ਦਿੱਤਾ ਹੈ, ਜਿਹਦਾ ਰਿਟਰਨ ਇਹ ਦਿੰਦੇ ਪਏ ਨੇ ਯਾਰ। ਮੈਂ ਇਹਨਾਂ ਨੂੰ ਵੋਟ ਇਸ ਕਰਕੇ ਦਿੱਤਾ ਸੀ ਕਿ ਇਹ ਮੇਰੇ ਬੱਚਿਆਂ ਨੂੰ ਭੁੱਖਾ ਮਾਰਨ। ਮੈਂ ਵੋਟ ਇਹਨਾਂ ਨੂੰ ਇਸ ਕਰਕੇ ਦਿੱਤਾ ਸੀ ਕਿ ਇਹ ਆਪਣੀਆਂ ਜੇਬਾਂ ਭਰਨ। ਮੈਂ ਵੋਟ ਇਹਨਾਂ ਨੂੰ ਇਸ ਕਰਕੇ ਦਿੱਤਾ ਸੀ ਕਿ ਸਿਰਫ ਬਿਊਰੋਕ੍ਰੇਸੀ ਨੂੰ ਨਵਾਜ਼ਣ। ਮੈਂ ਵੋਟ ਇਹਨਾਂ ਨੂੰ ਇਸ ਕਰਕੇ ਦਿੱਤਾ ਸੀ ਕਿ ਸਾਡੇ ਜਿਹੜੇ ਐਮਏ ਨੇ ਐਮਪੀਐਸ ਨੇ ਉਹਨਾਂ ਨੂੰ ਨਵਾਜ਼ਣ। ਮੈਂ ਵੋਟ ਦਿੱਤਾ ਸੀ ਯਾਰ ਮੇਰੇ ਬੱਚਿਆਂ ਨੂੰ ਰਿਜ਼ਕ ਮਿਲੇਗਾ, ਮੈਂ ਕਮਾਵਾਂਗਾ। ਲੇਕਿਨ ਮੇਰੇ ਤੇ ਇਹਨਾਂ ਨੇ ਕਮਾਉਣ ਦੇ ਜ਼ਰਾਏ ਵੀ ਖੋਲ ਦਿੱਤੇ ਯਾਰ। ਮੈਂ ਕਿਹੜੇ ਪਾਸੇ ਜਾਵਾਂ? ਫਿਰ ਚੋਰੀਆਂ ਚਕਾਰੀਆਂ ਨਹੀਂ ਹੋਣਗੀਆਂ, ਫਿਰ ਲੋਕੀ ਖੁਦਕੁਸ਼ੀਆਂ ਨਹੀਂ ਕਰਨਗੀਆਂ। ਕਿੰਨੀਆਂ ਜ਼ਿੰਦਗੀਆਂ ਰਹਿਣਗੀਆਂ ਇਹਨਾਂ ਦੀਆਂ, ਮਨ ਦੱਸੋ ਨਾ। ਮੀਆਂ ਸ਼ਬਾਜ਼ ਸ਼ਰੀਫ ਸਾਹਿਬ ਦੀ ਕਿੰਨੀ ਜ਼ਿੰਦਗੀ, 10 ਸਾਲ 20 ਸਾਲ 30 ਸਾਲ, ਪਤਾ ਤੇ ਅਗਲੇ ਮਿੰਟ ਦਾ ਵੀ ਨਹੀਂਗਾ। ਉਹ ਯਾਰ ਕੋ ਕੁਝ ਚੰਗਾ ਕੰਮ ਕਰ ਜੋ ਯਾਰ, ਕੋ ਤੁਹਾਨੂੰ ਕੋਈ ਕਦੀ ਦੀ ਕੋਈ ਦੁਆ ਵੀ ਦੇ ਦੇਵੇ, ਉਹ ਦਿਲੋਂ ਤੁਹਾਨੂੰ ਦੁਆ ਵੀ ਦੇ ਦੇ ਯਾਰੋ ਕਰ ਜੋ। ਔਰ ਕਿਹੜੇ ਦੌਰ ਦੇ ਵਿੱਚ ਆ ਕੇ ਤੁਸੀਂ ਝੂਠ ਬੋਲਦੇ ਹੋ। ਦੇਖੋ ਨਾ, ਮੈਂ ਕੱਲ ਵੇਖ ਰਿਹਾ ਸਾਂ ਸਾਡੇ ਮੀਆਂ ਸਾਹਿਬ ਵਜ਼ੀਰ ਆਜ਼ਮ ਸਾਹਿਬ, ਸਾਡੇ ਜਨਰਲ ਸਾਹਿਬ, ਫੀਲਡ ਮਾਰਸ਼ਲ ਸਾਹਿਬ ਗਏ ਨੇ, ਉਮਰਾ ਕਰਨ ਗਏ ਨੇ। ਉਸ ਤੋਂ ਬਾਅਦ ਉੱਥੇ ਪਤਾ ਨਹੀਂ ਕੋਈ ਕੰਟੈਕਟ ਕਰ। ਉਹ ਯਾਰ ਸਾਡਾ ਆਪਣੇ ਘਰ ਕੁਛ ਨਹੀਂਗਾ, ਤੁਸੀਂ ਲੋਕਾਂ ਨਾਲ ਜਾ ਕੇ ਯਾਰ ਉੱਥੇ ਕਰਦੇ ਪਏ ਹੋ। ਉਹਦਾ ਸਾਨੂੰ ਆਮ ਆਦਮੀ ਨੂੰ ਕੀ ਫਾਇਦਾ, ਮੈਨੂੰ ਸਿਰਫ ਇਹ ਦੱਸ ਦਿਓ। ਤੁਸੀਂ ਕਰੋ ਠੀਕ ਹੈ, ਪਾਕਿਸਤਾਨ ਦੀ ਡਿਗਨਿਟੀ ਹੋਣੀ ਚਾਹੀਦੀ ਹੈ, ਪਾਕਿਸਤਾਨ ਜ਼ਿੰਦਾਬਾਦ। ਉਹ ਲੇਕਿਨ ਜਿਹੜੇ ਪਾਕਿਸਤਾਨ ਦੇ ਰਹਿੰਦੇ ਪਏ ਨੇ, ਜਿਨ੍ਹਾਂ ਦੇ ਤੁਸੀਂ ਸਾਰਾ ਕੁਝ ਕਰਦੇ ਪਏ ਹੋ, ਉਹਨਾਂ ਨੂੰ ਤੁਸੀਂ ਉਹਨਾਂ ਦੇ ਰਾਈਟਸ ਖੋਹ ਲਿੱਤੇ ਨੇ ਯਾਰ। ਤੁਸੀਂ ਹਰ ਬੰਦਾ, ਜਿਹੜਾ ਬੰਦਾ ਤੁਹਾਨੂੰ ਬੋਲਦਾ ਤੁਹਾਨੂੰ ਲੱਗਦਾ ਸਾਥੀ ਹੈ। ਅੱਛਾ ਚਲੋ ਸਾਥੀ ਯਾਰ ਪਾਕਿਸਤਾਨੀ ਨਹੀਂ ਹੈਗਾ ਯਾਰ, ਮੈਨੂੰ ਇਹ ਦੱਸੋ। ਯਾਨੀ ਕਿ ਤੁਸੀਂ ਆਪਣੀ ਹੱਕ ਦੀ ਗੱਲ ਨਹੀਂ ਕਰ ਸਕਦੇ। ਹੱਕ ਦੀ ਗੱਲ ਕਰੀਏ ਤੇ ਤਕਲੀਫ ਦਿੰਦੇ ਨੇ। ਲੇਕਿਨ ਹੁਣ ਤਕਲੀਫ ਤੋਂ ਨਹੀਂ ਡਰਨਾ, ਮੈਂ ਸਿੱਧੀ ਔਰ ਸਾਫ਼ ਗੱਲ ਕਰਨਾ। ਮੈਂ ਪਾਕਿਸਤਾਨੀ ਬਣਨਾ, ਪਾਕਿਸਤਾਨੀ ਬਣ ਕੇ ਸੋਚਣਾ ਵਾ, ਪਾਕਿਸਤਾਨੀ ਬਣ ਕੇ ਹਰ ਚੀਜ਼ ਦਾ ਖਿਆਲ ਰੱਖਣਾ ਵਾ।
ਲੇਕਿਨ ਤੁਸੀਂ ਪਾਕਿਸਤਾਨੀਆਂ ਨੂੰ ਉਹਨਾਂ ਦੇ ਰਾਈਟਸ ਕਹੋਗੇ, ਇੱਕ ਟਾਈਮ ਆਏਗਾ ਤੁਹਾਡਾ ਗਿਰੇਬਾਨ ਹੋਏਗਾ ਔਰ ਸਾਡੇ ਹੱਥ ਹੋਣਗੇ। ਇਹ ਸਿੱਧੀ ਜੀ ਗੱਲ ਜੀ, ਕਿਉਂਕਿ ਦੂਸਰਾ ਕੁਲੀਆ ਹੀਗਾ, ਇਹ ਇੱਕ ਯੂਨੀਵਰਸਲ ਟਰੂਥ ਹੈਗਾ। ਜਦੋਂ ਮੈਨੂੰ ਮੇਰੇ ਬੱਚਿਆਂ ਦਾ ਰਿਜ਼ਕ ਨਹੀਂ ਮਿਲੇਗਾ, ਮੈਂ ਬੱਚਿਆਂ ਨੂੰ ਆਪਣੇ ਭੁੱਖੇ ਮਰਦੇ ਤੇ ਨਹੀਂ ਦੇਖਾਂਗਾ। ਮੈਂ ਕਹਾਂਗਾ ਜਿਹਦੀ ਵਜ੍ਹਾ ਤੋਂ ਬਣੇ ਫਿਰ ਮੈਂ ਉਹਨੂੰ ਮਾਰਾਂਗਾ। ਫਿਰ ਇੱਕ ਬਹੁਤ ਵੱਡੀ ਲਹਿਰ ਹੋਏਗੀ ਔਰ ਇਹਨਾਂ ਕੋ ਬਰਦਾਸ਼ਤ ਨਹੀਂ ਹੋਏਗੀ। ਲਿਹਾਜ਼ਾ ਤੁਸੀਂ ਵੀ ਸਾਡੇ ਹੋ, ਅਸੀਂ ਵੀ ਤੁਹਾਡੇ ਆ। ਚੀਜ਼ਾਂ ਨੂੰ ਠੀਕ ਕਰੋ, ਚੀਜ਼ਾਂ ਨੂੰ ਸਮਝੋ ਕਿਵੇਂ ਠੀਕ ਹੁੰਦੀਆਂ। ਦੁਨੀਆ ਦਾ ਨਿਜ਼ਾਮ ਵੇਖੋ, ਦੁਨੀਆ 'ਚ ਕਿਵੇਂ ਚੱਲਦਾ ਪਿਆ। ਤੁਸੀਂ ਭੱਜ ਸਊਦੀਆ ਜਾਂਦੇ ਹੋ, ਸਊਦੀਆ ਦਾ ਨਿਜ਼ਾਮ ਵੇਖੋ, ਉੱਥੋਂ ਲੈ ਕੇ ਆਓ ਕੋਈ ਨਿਜ਼ਾਮ। ਤੁਸੀਂ ਭੱਜ ਚਾਈਨਾ ਜਾਂਦੇ ਹੋ, ਚਾਈਨਾ ਦਾ ਨਿਜ਼ਾਮ ਵੇਖੋ, ਉੱਥੋਂ ਲੈ ਕੇ ਆਓ ਨਿਜ਼ਾਮ। ਜਾਂ ਤੁਹਾਡੇ ਕੋਲ ਤੁਸੀਂ ਨਿਜ਼ਾਮ ਕਰਨਾ ਨਹੀਂ ਚਾਹੁੰਦੇ, ਤੁਸੀਂ ਕਰਜ਼ੇ ਲੈ ਕੇ ਆਪ ਖਾਈ ਜਾਂਦੇ ਹੋ। ਉਹਨਾਂ ਦਾ ਇਹ ਕਹਿੰਦੇ ਨੇ IMF ਨੂੰ ਅਸੀਂ ਕਲੀਅਰ ਕੀਤਾ, ਓਏ ਅਸੀਂ ਕਲੀਅਰ ਕੀਤਾ, ਅਸੀਂ ਕਲੀਅਰ ਕਰਨੇ ਪਏ ਆਪਣੇ ਬੱਚਿਆਂ ਦਾ ਪੇਟ ਭੰਨ ਗਏ। ਅਸੀਂ ਉਹਨਾਂ ਨੂੰ ਬਿੱਲ ਦੇਣੇ ਪਏ। ਅੱਲਾ ਦੀ ਕਸਮ ਹੈ, ਹਿਸਟਰੀ ਦੇ ਵਿੱਚ ਇਹਨਾਂ ਨੇ ਵੱਡੇ ਬਿੱਲ ਨਹੀਂ ਜਮ੍ਹਾਂ ਕਰਾਏ ਜਿੰਨੇ ਹੁਣ ਕਰਵਾਉਣੇ ਪਏ। ਯਾਰ ਤੁਸੀਂ ਚੀਜ਼ਾਂ ਠੀਕ ਕਰ ਰਹੇ ਹੋ ਜਾਂ ਲੋਕਾਂ ਨੂੰ ਮਾਰ ਰਹੇ ਹੋ? ਕੀ ਵਿਗਾੜਿਆ ਪਾਕਿਸਤਾਨੀਆਂ ਨੇ ਤੁਹਾਡਾ, ਮੈਨੂੰ ਦੱਸੋ ਨਾ। ਜਿਹੜਾ ਪਾਕਿਸਤਾਨ 'ਚ ਪੈਦਾ ਹੋ ਗਿਆ ਉਹਦੀ ਬਦਕਿਸਮਤੀ ਤੁਸੀਂ ਨਸੀਬ ਉਹਦੇ ਤੁਸੀਂ ਲਿਖਦੇ ਪਏ ਹੋ। ਅੱਲਾ ਨੇ, ਮੈਂ ਸੋਚਦਾ ਮੇਰੇ ਨਸੀਬ ਬਹੁਤ ਚੰਗੇ ਬਣਾਏ ਨੇ, ਮੈਨੂੰ ਭੈਣ ਭਰਾ ਦਿੱਤੇ ਨੇ, ਮੈਨੂੰ ਅੱਲਾ ਨੇ ਇੱਜ਼ਤ ਦਿੱਤੀ ਹੈ, ਅੱਲਾ ਨੇ ਕਾਰੋਬਾਰ ਦਿੱਤਾ ਹੈ ਛੋਟਾ ਮੋਟਾ। ਲੇਕਿਨ ਯਾਰ ਤੁਸੀਂ ਕੀ ਸਾਡੇ ਨਾਲ ਕਰ ਰਹੇ ਹੋ? ਤੁਸੀਂ ਹੁਣ ਸਾਰੀਆਂ ਚੀਜ਼ਾਂ ਨੂੰ ਖੋਹ ਲਿੱਤੇ ਸਾਡੇ। ਯਾਰ ਇੰਜ ਨਾ ਕਰੋ ਯਾਰ, ਇੰਜ ਨਾ ਕਰੋ, ਖੁਦਾਰਾ ਇੰਜ ਨਾ ਕਰੋ, ਵਰਨਾ ਇਹਦਾ ਰਿਜ਼ਲਟ ਤੁਹਾਡੇ ਕੋਲ ਭੱਜਿਆ ਵੀ ਨਹੀਂ ਜਾਣਾ। ਹੁਣ ਜਿਹੜੇ ਭੱਜ ਜਾਂਦੇ ਨੇ ਨਾ, ਦੇਖੋ ਉਹਦਾ ਰਿਕਾਰਡ ਚੀਜ਼ਾਂ ਆਈਆਂ। ਮੈਂ ਨਹੀਂ ਕਹਿੰਦਾ, ਇਹ ਰਿਐਲਿਟੀ ਹੈ। ਪਾਕਿਸਤਾਨ ਦੇ ਜਦੋਂ ਬੁਰਾ ਵਕਤ ਹੈ, ਇਹ ਸਾਡੇ ਮੁਲਕ ਦੇ ਸਿਆਸਤਦਾਨ ਭੱਜ ਗਏ ਨੇ ਕਿ ਸਾਨੂੰ ਨਹੀਂ ਪਤਾ ਕਿਹੜੇ ਦੌਰ ਦੇ ਵੀ ਤੁਸੀਂ ਕਿਹੜੀਆਂ ਗੱਲਾਂ ਕਰਦੇ ਪਿਓ। ਲੇਕਿਨ ਹੁਣ ਭੱਜਣ ਨਹੀਂ ਦੇਵਾਂਗੇ, ਇਹ ਗੱਲ ਜ਼ਿਹਨ 'ਚ ਰੱਖਣਾ।